ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ KHN ਟਾਈਮਜ਼ TV ਦੇ ਉੱਪਰ। ਮੈਂ ਹਾਂ ਸੁਖਵਿੰਦਰ ਸਿੰਘ ਸਲੋਦੀ। ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ, ਦਰਸ਼ਕਾਂ ਦੇ ਰੂਬਰੂ ਹੁੰਦੇ ਹਾਂ। ਸੋ ਅੱਜ ਜਿਹੜਾ ਇੱਕ ਪੰਜਾਬ ਦੇ ਵਿੱਚ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਮੁੱਦਾ ਚੱਲ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਲਾਉਣਾ ਜਾਂ ਗੱਦੇ ਲਾ ਕੇ ਸੰਗਤ ਜਿਹੜੀ ਬੈਠਦੀ ਹੈ, ਉਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੁਕਵਾਉਣ ਦਾ ਯਤਨ ਕੀਤੇ ਜਾ ਰਹੇ ਨੇ। ਕਿਤੇ ਉਹਨਾਂ ਦੀ ਸਿਫਤ ਵੀ ਹੁੰਦੀ ਹੈ, ਕਿਤੇ ਉਹਨਾਂ ਦੇ ਵਿਰੁੱਧ ਵੀ ਸ਼ਬਦ ਬੋਲੇ ਜਾਂਦੇ ਨੇ। ਵੱਖ-ਵੱਖ ਅਸੀਂ ਸੋਸ਼ਲ ਮੀਡੀਆ 'ਤੇ ਵੀ ਵੇਖਦੇ ਹਾਂ ਕਿ ਹਰ ਕੋਈ ਆਪਣੀ ਆਪਣੀ ਭਾਸ਼ਾ ਦੇ ਵਿੱਚ ਉਸ ਗੱਲ ਦਾ ਬਿਆਨ, ਉਸ ਮੁੱਦੇ ਦਾ ਬਿਆਨ ਦੇ ਕੇ ਗੱਲ ਕਰਦਾ ਹੈ। ਸੋ ਅਸੀਂ ਇਸ ਕਰਕੇ ਅੱਜ ਸਾਡੇ ਨਾਲ ਭਾਈ ਜਤਿੰਦਰ ਸਿੰਘ ਈਸੜੂ, ਜੋ ਕਿ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਨੇ, ਇਹ ਵੀ ਪੰਥਕ ਮੁੱਦਿਆਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਔਰ ਪੰਥਕ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਵੀ ਆਪਣਾ ਸੰਘਰਸ਼ ਵੰਡਿਆ ਹੋਇਆ। ਕਿਉਂਕਿ ਹਰੇਕ ਸੰਘਰਸ਼ ਦਾ ਕੋਈ ਵੱਖਰਾ ਵੱਖਰਾ ਰਾਹ ਹੁੰਦਾ ਹੈ। ਜਿਵੇਂ ਬਾਬਾ ਸੂਰਤ ਸਿੰਘ ਜੀ ਨੇ, ਉਹਨਾਂ ਦਾ ਵੱਖਰਾ ਰਾਹ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਇੱਕ ਵੱਖਰਾ ਰਾਹ ਚਲਾਇਆ ਵਾ, ਜੋ ਖਾਲਸਾ ਵਹੀਰ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਰਹੀ ਹੈ ਔਰ ਇੱਕ ਜਾਗਰੂਕ ਲਹਿਰ ਪੈਦਾ ਕਰ ਰਹੀ ਹੈ। ਔਰ ਅੰਮ੍ਰਿਤਪਾਨ ਲੋਕ ਵੀ ਕਰ ਰਹੇ ਨੇ, ਕਿਉਂਕਿ ਇੱਕ ਜਦੋਂ ਸੱਚ ਦੀ ਆਵਾਜ਼ ਹੈ ਉਹ ਚੱਲਦੀ ਹੈ, ਉਹਦਾ ਵਿਰੋਧ ਵੀ ਹੁੰਦਾ ਜ਼ਰੂਰੀ ਹੈ। ਸੋ ਇੱਕ ਪਾਸੇ ਵਿਰੋਧ ਵੀ ਹੈ, ਇੱਕ ਪਾਸੇ ਉਸ ਦੀ ਵਡਿਆਈ ਵੀ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਮਨੁੱਖ ਕੁਰਸੀ ਦੇ ਉੱਪਰ ਨਹੀਂ ਬੈਠ ਸਕਦਾ। ਇਹ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੋਇਆ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ, ਭਾਵੇਂ ਉਹਨੂੰ ਆਪਾਂ ਨਲਾਇਕੀ ਕਹਿ ਲਈਏ ਜਾਂ ਉਸ ਨੂੰ ਬੇਸਮਝੀ ਕਹਿ ਲਈਏ, ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਹਰੇਕ ਗੁਰਦੁਆਰੇ ਦੇ ਵਿੱਚ ਉਹ ਕੁਰਸੀਆਂ ਲਗਾਈਆਂ ਹੋਈਆਂ ਨੇ ਔਰ ਉਹਨਾਂ ਕੁਰਸੀਆਂ ਨੂੰ ਹਟਾਉਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਮੁਹਿੰਮ ਸ਼ੁਰੂ ਕੀਤੀ ਹੈ ਕਿ ਗੁਰਦੁਆਰਿਆਂ ਵਿੱਚੋਂ ਕੁਰਸੀਆਂ ਨੂੰ ਕੱਢ ਕੇ ਸਾੜਿਆ ਜਾ ਰਿਹਾ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਉਸ ਦਾ ਵਿਰੋਧ ਵੀ ਹੋ ਰਿਹਾ ਔਰ ਦੂਸਰੇ ਪਾਸੇ ਜਿਹੜੇ ਇਸ ਨੂੰ ਗੁਰਮਰਿਆਦਾ ਦੇ ਅਨੁਕੂਲ ਵੇਖਦੇ ਨੇ ਤਾਂ ਉਸ ਨੂੰ ਸਹੀ ਵੀ ਕਹਿੰਦੇ ਨੇ। ਸੋ ਸਾਡੇ ਨਾਲ ਭਾਈ ਜਤਿੰਦਰ ਸਿੰਘ ਜੀ ਈਸੜੂ ਨੇ। ਸੋ ਇਹਨਾਂ ਬਾਰੇ ਆਪਾਂ ਉਸ ਵਿਚਾਰ ਨੂੰ ਲਵਾਂਗੇ, ਇਹਨਾਂ ਦੇ ਵੀ ਕੀ ਹੋਣਾ ਚਾਹੀਦਾ, ਇਹ ਮੁੱਦੇ ਨੂੰ ਆਪਾਂ ਕਿਵੇਂ ਸੁਲਝਾਇਆ ਜਾ ਸਕਦਾ। ਕਿਉਂਕਿ ਗੁਰੂ ਦੀ ਮਰਿਆਦਾ ਸਭ ਤੋਂ ਵੱਡੀ ਮਰਿਆਦਾ ਵਾ, ਕਿਉਂਕਿ ਰਹਿਤ ਮਰਿਆਦਾ ਜੋ ਗੁਰੂ ਘਰਾਂ ਦੇ ਵਿੱਚ ਲਾਗੂ ਹੋਣੀ ਚਾਹੀਦੀ ਹੈ, ਉਹ ਕਿਵੇਂ ਲਾਗੂ ਹੋਵੇ ਔਰ ਕਿਵੇਂ ਉਹਨਾਂ ਤੱਕ ਜੋ ਅਕਾਲ ਤਖਤ ਸਾਹਿਬ ਦੀ ਸੰਦੇਸ਼ ਨੇ ਜਾਂ ਉਹਨਾਂ ਦੇ ਹੁਕਮਨਾਮੇ ਜਾਰੀ ਕੀਤੇ ਹੋਏ ਨੇ, ਉਹ ਕਿਉਂ ਨਹੀਂ ਗੁਰਦੁਆਰਾ ਸਾਹਿਬ ਵਿੱਚ ਪਹੁੰਚਦੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਤੁਹਾਨੂੰ ਪਤਾ ਹੀ ਹੈ ਵੀ ਅੱਜ ਪੰਜਾਬ ਦੇ ਵਿੱਚ ਖਾਲਸਾ ਵਹੀਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਹੋਈ ਹੈ। ਲੋਕ, ਨੌਜਵਾਨ ਪੀੜ੍ਹੀ ਵੱਡੇ ਪੱਧਰ 'ਤੇ ਉਹਨਾਂ ਨਾਲ ਜੁੜ ਰਹੀ ਹੈ ਔਰ ਉਹਨਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਵੀ ਜੋ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੋੜ ਭੰਨ ਕੀਤੀ ਜਾਂਦੀ ਹੈ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕੁਰਸੀਆਂ ਲੱਗੀਆਂ ਹੋਈਆਂ ਨੇ ਉਹ ਸਹੀ ਨੇ ਕਿ ਗਲਤ ਨੇ। ਇਹ ਸਾਨੂੰ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ। ਦੇਖੋ, ਜਦੋਂ ਅਸੀਂ ਇਹਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ, ਇਹ ਗੱਲ ਹੈਗੀ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਹੈ, ਇਹ ਗੱਲ ਹੈਗੀ ਆ ਮਰਿਆਦਾ ਦੀ ਅਤੇ ਗੁਰੂ ਸਾਹਿਬ ਦੇ ਮਾਣ ਅਤੇ ਸਨਮਾਨ ਅਤੇ ਸਤਿਕਾਰ ਦੀ। ਅਤੇ ਪਹਿਲੀ ਗੱਲ ਆ, ਭਾਈ ਅੰਮ੍ਰਿਤਪਾਲ ਸਿੰਘ ਜੋ ਕਾਰਜ ਕਰ ਰਿਹਾ ਉਹ ਸ਼ਲਾਘਾਯੋਗ ਹੈ। ਨੌਜਵਾਨੀ ਨੂੰ ਪ੍ਰੇਰਿਤ ਕਰਕੇ ਗੁਰੂ ਦੇ ਲੜ ਲਾਉਣਾ ਇੱਕ ਵੱਡਾ ਉੱਦਮ ਆ। ਦੂਸਰੀ ਗੱਲ ਆ ਵੀ ਜਲੰਧਰ ਦੇ ਵਿੱਚ ਜਿਹੜੀ ਇਹ ਘਟਨਾ ਘਟੀ ਹੈ, ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਰਸੀਆਂ ਮੇਜ਼ਾਂ ਦੀ ਜੋ ਲੱਗੀਆਂ ਹੋਈਆਂ ਸਨ ਉਹਨਾਂ ਨੇ ਚੁੱਕੀਆਂ ਨੇ। ਅਤੇ ਇਹਦੇ ਪਿਛੋਕੜ ਵਿੱਚ ਆਪਾਂ ਜਦੋਂ ਜਾਵਾਂਗੇ ਨਾ, ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ, ਤੋ ਜਦੋਂ ਸਤਿਗੁਰੂ ਪਿਤਾ ਦੇ ਪਾਵਨ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਰੀਰ 'ਤੇ ਸੁਭਾਈਮਾਨ ਕਰਕੇ ਅਤੇ ਆਪ ਪਵਿੱਤਰ ਹੱਥਾਂ ਦੇ ਨਾਲ ਚੌਰ ਝੁਲਾ ਕੇ ਕੀਰਤਨ ਕਰਦੀਆਂ ਸੰਗਤਾਂ ਲੈ ਕੇ ਆਈਆਂ ਸਨ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾਂ ਗ੍ਰੰਥੀ ਥਾਪਿਆ, ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ। ਪ੍ਰਕਾਸ਼ ਦੇ ਦੌਰਾਨ ਉੱਪਰ ਸ਼ਮਿਆਨਾ ਚੰਦੋਆ ਸਾਹਿਬ ਸਜਾਇਆ ਗਿਆ, ਸਾਰਾ ਚੰਗੀ ਵਿਛਾਈ ਕੀਤੀ ਗਈ, ਪੀੜਾ ਸਾਹਿਬ ਸੁਭਾਈਮਾਨ ਕੀਤੇ ਗਏ ਅਤੇ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਮੁਬਾਰਕ ਚਰਨਾਂ ਵਿੱਚ ਵਿਰਾਜੀਆਂ। ਫਿਰ ਉਸੇ ਟਾਈਮ ਜਦੋਂ ਸੰਧਿਆ ਦਾ ਵੇਲਾ ਹੋਇਆ, ਸ਼ਾਮ ਦੀ ਚੌਂਕੀ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਫਿਰ ਸੁਖਾਸਨ ਕਰਕੇ ਸੁਭਾਈਮਾਨ ਕਰਨਾ ਸੀਗਾ, ਜਿਹਨੂੰ ਅਸੀਂ ਕੋਠਾ ਸਾਹਿਬ ਕਹਿੰਦੇ ਹਾਂ, ਉੱਥੇ ਜਦੋਂ ਸਤਿਗੁਰੂ ਪਿਤਾ ਦਾ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਲੈ ਕੇ ਸੁਭਾਈਮਾਨ ਕੀਤਾ ਤਾਂ ਫਿਰ ਉੱਥੇ
ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ ਵੀ ਮਹਾਰਾਜ, ਤੇ ਇਹ ਤਾਂ ਪਲੰਗ ਸਾਹਿਬ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਾਸਤੇ ਸੁਭਾਇਮਾਨ ਆ, ਬਿਰਾਜਮਾਨ ਕਰਨ ਵਾਸਤੇ ਤਿਆਰ ਆ, ਤੇ ਤੁਸੀਂ ਤੁਹਾਡੇ ਲਈ ਕਿੱਥੇ ਇਹ ਗੱਦਾ ਜਾਂ ਪਲੰਗ ਤਿਆਰ ਕਰੀਏ, ਵਿਛਾਈਏ? ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿ ਦਿੱਤਾ ਵੀ ਨਾ ਕੋਈ ਗੱਦਾ ਤੇ ਨਾ ਕੋਈ ਪਲੰਗ, ਅਸੀਂ ਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਇਸ ਜ਼ਮੀਨ ਦੇ ਥੱਲੇ ਹੀ ਰਾਤ ਦਾ ਵਿਸ਼ਰਾਮ ਕਰਿਆ ਕਰਾਂਗੇ। ਇਹ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸਤਿਕਾਰ, ਗੁਰਬਾਣੀ ਦਾ ਸਤਿਕਾਰ। ਤੇ ਉਥੋਂ ਸਭ ਤੋਂ ਵੱਡੀ ਸੇਧ ਉਹ ਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਦਿਨ ਪਲੰਗ ਤੇ ਬਿਰਾਜਣਾ ਬੰਦ ਕਰ ਦਿੱਤਾ ਸੀ, ਜਿਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਹਰਿਮੰਦਰ ਸਾਹਿਬ ਹੋਣ ਤੋਂ ਬਾਅਦ ਫਿਰ ਕੋਠਾ ਸਾਹਿਬ ਦੇ ਵਿੱਚ ਸੁਖਾਸਨ ਹੋਣ ਲੱਗ ਗਿਆ ਸੀਗਾ। ਤੇ ਫਿਰ ਸਾਡੀ ਸਿੱਖ ਰਹਿਤ ਮਰਿਆਦਾ ਪੜ੍ਹੋ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਗੱਦਾ, ਕੋਈ ਉੱਚਾ ਆਸਣ ਵਰਸਾ ਕੇ ਨਹੀਂ ਬਹਿ ਸਕਦਾ, ਕੁਰਸੀਆਂ ਤਾਂ ਬੜੀ ਦੂਰ ਦੀ ਗੱਲ ਹੈ। ਤੇ ਫਿਰ ਆ ਪਿਛਲੇ ਸਮੇਂ ਦੌਰਾਨ ਇਹ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਆਦੇਸ਼ ਵੀ ਜਾਰੀ ਕੀਤਾ ਕੌਮ ਦੇ ਲਈ ਵੀ ਭਾਈ ਦਰਬਾਰ ਸਾਹਿਬ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਕੋਈ ਵੀ ਸ਼ਖਸ ਇਹ ਕੁਰਸੀ ਲਾ ਕੇ ਜਾਂ ਕਿਸੇ ਹੋਰ ਤਰੀਕੇ ਦਾ ਉੱਚਾ ਆਸਣ ਲਾ ਕੇ ਨਹੀਂ ਬੈਠ ਸਕਦਾ। ਤੇ ਇਹ ਜਿਹੜੀ ਹੁਣ ਘਟਨਾ ਘਟੀ ਆ ਜਲੰਧਰ ਦੇ ਵਿੱਚ, ਹਾਂ ਇਹ ਮੈਂ ਥੋੜ੍ਹਾ ਜਿਹਾ ਜ਼ਰੂਰ ਮਹਿਸੂਸ ਕਰ ਸਕਦਾ, ਕਹਿ ਸਕਦਾ ਵੀ ਕਾਰਜ ਕਰਨ ਦਾ ਕੋਈ ਢੰਗ ਤਰੀਕਾ ਥੋੜ੍ਹਾ ਜਿਹਾ ਹੋਰ ਤਰੀਕੇ ਦਾ ਹੋ ਸਕਦਾ, ਕਿਉਂਕਿ ਜਿਹੜੀ ਧਰਮ ਦੀ ਮਰਿਆਦਾ ਦੀ ਬਹਾਲੀ ਹੈ ਜਾਂ ਸਤਿਗੁਰੂ ਦੇ ਸਿਧਾਂਤ ਦੀ ਬਹਾਲੀ ਹੈ, ਇਹ ਮੈਂ ਬੇਨਤੀ ਕਰਾਂਗਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਵੀ, ਉਹਨਾਂ ਦੀ ਸਮੁੱਚੀ ਟੀਮ ਨੂੰ ਵੀ, ਕਿਉਂਕਿ ਮੇਰਾ ਲੰਬਾ ਪੀਰੀਅਡ ਆ, ਮੈਨੂੰ 35 ਸਾਲ ਹੋ ਗਏ ਇਸ ਪੀਰੀਅਡ ਦੇ ਵਿੱਚ, ਤੇ ਮੈਂ ਬਕਾਇਦਾ ਡਿਪਲੋਮਾ ਹੋਲਡਰ ਹਾਂ ਗੁਰਮਤਿ ਦਾ, ਤੇ ਮੈਂ ਖੁਦ ਵੀ ਪ੍ਰਚਾਰਕ ਹਾਂ, ਗੁਰੂ ਗ੍ਰੰਥ ਸਾਹਿਬ ਪ੍ਰਚਾਰ ਕੇਂਦਰ ਮੈਂ ਵੀ ਚਲਾ ਰਿਹਾ, ਤੇ ਕਈ ਅਸਥਾਨਾਂ ਦੀ ਮੇਰੇ ਕੋਲ ਮੁੱਖ ਸੇਵਾਦਾਰ ਦੀ ਸੇਵਾ ਵੀ ਹੈਗੀ ਆ। ਧਾਰਮਿਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਧਾਰਮਿਕ ਸੰਘਰਸ਼ ਵਿੱਚ ਵੀ, ਕੌਮੀ ਸੰਘਰਸ਼ਾਂ ਵਿੱਚ ਵੀ ਜਿੰਨਾ ਕੁ ਗੁਰੂ ਪਿਤਾ ਸਮਰੱਥਾ ਦਿੰਦੇ ਨੇ ਆਪਣਾ ਸੇਵਾ ਯੋਗਦਾਨ ਪਾਉਣਾ। ਵੀ ਜਿਹੜਾ ਇਹ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਆ, ਇਹ ਕੀ ਹੋਵੇਗਾ? ਇਹ ਤੁਹਾਡੀ ਬੜੀ ਪਿਆਰ ਤੇ ਮਿੱਠੀ ਬੋਲੀ ਦੇ ਨਾਲ ਤੇ ਪਿਆਰ ਦੇ ਵਰਤਾਓ ਦੇ ਨਾਲ ਹੀ ਇਹ ਬਹਾਲ ਹੋਣਾ। ਇੱਥੇ ਆ ਕੇ ਥੋੜ੍ਹਾ ਜਿਹਾ ਮੈਂ ਜ਼ਰੂਰ ਮਹਿਸੂਸ ਕਰਦਾ ਵੀ ਪਹਿਲਾਂ ਪਿਆਰ ਦੇ ਨਾਲ ਪ੍ਰੇਰੋ ਹਰ ਇੱਕ ਗੱਲ ਨੂੰ। ਇਹ ਬਹੁਤ ਮੰਦਭਾਗੀ ਆ ਗੱਲ ਹੈ ਕਿ ਅੱਜ ਜੇ ਕੁਰਸੀਆਂ ਡਹਿ ਗਈਆਂ ਤੇ ਕੱਲ੍ਹ ਨੂੰ ਸੋਫੇ ਵੀ ਦਰਬਾਰ ਸਾਹਿਬ ਦੇ ਵਿੱਚ ਡਹਿ ਪੈਣਗੇ। ਸੋਫੇ ਵੀ ਲੱਗੇ ਹੋਏ ਸੀਗੇ ਜਿਹੜੇ ਜਲੰਧਰ ਦੇ ਵਿੱਚ ਸਾੜੇ ਨੇ, ਅਸੀਂ ਬਹੁਤ ਮੰਦਭਾਗੀ ਗੱਲ ਆ। ਤੇ ਸਤਿਗੁਰਾਂ ਦੇ ਸਨਮੁਖ, ਕਿਉਂਕਿ ਮੈਂ ਇਸ ਚੀਜ਼ ਨੂੰ ਜ਼ਿੰਮੇਵਾਰ ਕਿਹਨਾਂ ਨੂੰ ਸਮਝਦੇ ਹੋ ਤੁਸੀਂ ਵੀ ਜਿਨ੍ਹਾਂ ਨੇ ਕੁਰਸੀਆਂ ਕਿਹਨਾਂ ਨੇ ਲਾਈਆਂ? ਇਹ ਜ਼ਿੰਮੇਵਾਰੀ ਆ, ਇਹ ਕਵਾਂਗਾ ਵੀ ਦੋਨੋਂ ਤਰ੍ਹਾਂ ਦੀ ਜ਼ਿੰਮੇਵਾਰੀ ਮੰਨ, ਤਿੰਨ ਤਰ੍ਹਾਂ ਦੀ। ਪਹਿਲੀ ਪ੍ਰਬੰਧਕ ਕਮੇਟੀ, ਆਮ ਕਰਕੇ ਪ੍ਰਬੰਧਕ ਕਮੇਟੀ ਨੂੰ ਗੁਰਮਤਿ ਦਾ ਗਿਆਨ ਹੀ ਨਹੀਂ ਹੈਗਾ, ਉਹਨਾਂ ਦੀ ਨਾਲਾਇਕੀ ਆ, ਉਹਨਾਂ ਦੀ ਗੁਰਮਤਿ ਤੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਤੇ ਸਤਿਕਾਰ ਪ੍ਰਤੀ ਨਾ ਸਮਝੀ ਆ। ਉਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਨੂੰ ਪਛਾਣ ਦੇਣ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀ ਆ। ਜੇ ਉਹਨਾਂ ਨੂੰ ਇੰਨੀ ਅਕਲ ਹੋਵੇ ਤੇ ਮੈਂ ਕਹਿੰਦਾ ਵੀ ਇਹ ਵਿਵਾਦ ਹੀ ਨਾ ਭਖੇ, ਉਹ ਲਾਉਣ ਹੀ ਨਾ ਦੇਣ। ਮੈਨੂੰ ਮੇਰੇ ਆਪਣੇ ਨਗਰ ਦੇ ਵਿੱਚ ਸਾਡੇ ਵੇਲੇ ਕੁਛ ਸਾਲ 2 ਸਾਲ ਪਹਿਲਾਂ ਇਹ ਮੁੱਦਾ ਉੱਠਿਆ ਸੀ ਵੀ ਆਪਾਂ ਜੀ ਇਹ ਗੋਡੇ ਦੁਖਦੇ ਨੇ ਜੀ, ਐਂ ਹੁੰਦਾ ਜੀ, ਜਾਂ ਹੁੰਦਾ ਜੀ, ਅੰਦਰ ਮੇਜ਼ ਟੇਬਲ ਹੀ ਲਾ ਦਈਏ, ਕੁਰਸੀ ਲਾ ਦਈਏ। ਮੈਂ ਬਿਲਕੁਲ ਸਖਤੀ ਦੇ ਨਾਲ ਮਨਾ ਕਰਕੇ ਕਹਿ ਦਿੱਤਾ ਵੀ ਜੇ ਕਿਸੇ ਨੂੰ ਤਕਲੀਫ ਆ ਤੇ ਅਸੀਂ ਆ ਬਾਹਰ ਬਰਾਂਡੇ ਦੇ ਵਿੱਚ ਇਹ ਕੁਰਸੀ ਲਾ ਦਿੰਦੇ ਆ, ਟੇਬਲ ਲਾ ਦਿੰਦੇ ਆ। ਗੁਰੂ ਸਾਹਿਬ ਦੀ ਹਜ਼ੂਰੀ ਸਨਮੁਖ ਨਹੀਂ, ਬਾਹਰ ਬਰਾਂਡੇ ਦੇ ਵਿੱਚ ਕੋਈ ਟੇਬਲ ਤੇ ਬਹਿ ਜਾਵੇ, ਕੋਈ ਕੁਰਸੀ ਤੇ ਬਹਿ ਕੇ ਬਾਣੀ ਸਰਵਣ ਕਰੇ, ਉਹਦੇ ਲਈ ਇੰਨੀ ਅਸੀਂ ਇਹ ਕਿੱਡਾ ਵੱਡਾ ਇਹ ਇੱਕ ਬਹਾਨਾ ਨਹੀਂ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਸੁਣਨੀ ਆ, ਸਰਵਣ ਕਰਨੀ ਆ, ਵੀ ਕੁਰਸੀ ਲਾ ਕੇ ਕਰਨੀ ਹੈ? ਬੰਦਾ ਬਾਹਰ ਵੀ ਬੈਠ ਸਕਦਾ, ਸਪੀਕਰ ਵੀ ਲੱਗ ਸਕਦੇ ਨੇ। ਹਾਂ ਬਿਲਕੁਲ, ਮੈਂ ਉਹੀ ਗੱਲ ਕਹਿਣਾ ਨਾ ਵੀ ਇਹ ਕੋਈ ਸਤਿਗੁਰੂ ਦੇ ਸਨਮੁਖ ਨਹੀਂ, ਕਿਉਂਕਿ ਗੁਰੂ ਦੇਖਣ ਦਾ ਵਿਸ਼ਾ ਨਹੀਂ, ਗੁਰੂ ਸਰਵਣ ਕਰਨ ਦਾ ਵਿਸ਼ਾ। ਗੁਰਬਾਣੀ ਸੁਣਿਆ ਹਰ, ਜਦੋਂ ਵੀ ਗੁਰਬਾਣੀ ਦੀ ਗੱਲ ਤੁਸੀਂ ਸੁਣੋਗੇ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ 4 ਪੌੜੀਆਂ ਸੁਣਦੀਆਂ ਕੀਤੀਆਂ ਨੇ। ਜਦੋਂ ਆਨੰਦ ਸਾਹਿਬ ਦੀ ਬਾਣੀ ਪੜ੍ਹੋਗੇ ਉੱਥੇ ਕਹੇ ਤੇ ਪਵਿੱਤ ਸੁਣ ਤੇ ਪੁਨੀਤ ਦੀ ਗੱਲ ਆ, ਸੁਣ ਦੀ ਗੱਲ ਮੰਨੀ ਆ ਵੀ ਪਹਿਲਾਂ ਸੁਣੋ, ਜੇ ਸੁਣੋਗੇ ਤਾਂ ਗੱਲ ਮੰਨੀ ਜਾਣੀ ਆ। ਦੇਖਣ ਦੇ ਨਾਲ ਤਾਂ ਕੁਛ ਨਹੀਂ ਹੋਣਾ ਨਾ, ਸੁਣ ਕੇ ਮੰਨੋਗੇ ਫਿਰ ਗੱਲ ਅੰਦਰ ਬਣਨੀ ਆ। ਇਸ ਕਰਕੇ ਵੀ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬਿਲਕੁਲ ਇਹ ਗਲਤ ਗੱਲ ਆ। ਕੋਈ ਕੁਰਸੀਆਂ ਲਾਉਣੀਆਂ ਤਾਂ ਉੱਚੀ ਦੀ ਗੱਲ ਆ, ਕੋਈ ਥੋੜ੍ਹਾ ਜਿਹਾ ਉੱਚਾ ਆਸਣ ਲਾ ਕੇ ਜਾਂ ਕੋਈ ਗੱਦਾ ਲਾ ਕੇ ਵੀ ਨਹੀਂ ਬਹਿ ਸਕਦਾ ਹੈਗਾ। ਉਹ ਕੇਵਲ ਇੱਕੋ ਉਹ ਗੁਰੂ ਘਰ ਦੇ ਪ੍ਰਚਾਰਕ, ਗੁਰੂ ਘਰ ਦੇ ਕੀਰਤਨੀਆਂ ਵਾਸਤੇ ਹੀ ਇਹ ਮਾਨੀਆਂ ਹੈਗਾ, ਕਹਿ ਲਈਏ ਆਪਾਂ, ਉਹਨਾਂ ਦੇ ਲਈ ਹੀ ਇਹ ਅਥੋਰਾਈਜ਼ ਆ ਵੀ ਉਹੀ ਜਿਨ੍ਹਾਂ ਨੇ ਗੁਰਬਾਣੀ ਸੰਗਤ ਨੂੰ ਪੜ੍ਹ ਕੇ ਸੁਣਾਉਣੀ ਆ, ਕਥਾ ਦੇ ਰੂਪ ਵਿੱਚ, ਕੀਰਤਨ ਦੇ ਰੂਪ ਵਿੱਚ, ਉਹ ਵੀ ਗੁਰਬਾਣੀ ਦੇ ਸਤਿਕਾਰ ਦੇ ਵਿੱਚੋਂ ਉਹਨਾਂ ਦੇ ਥੱਲੇ ਵਿਛਾਈ ਕੀਤੀ ਜਾਂਦੀ ਹੈ। ਨਹੀਂ, ਮੈਂ ਇੱਕ ਗੱਲ ਇੱਕ ਹੋਰ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ ਵੀ ਭਾਈ
ਜਸਵੰਤ ਸਿੰਘ ਜੀ ਨੇ, ਬਹੁਤ ਗਿਆਨੀ ਨੇ, ਹਨਾ, ਵੀ ਪ੍ਰਚਾਰ ਉਹ ਥਾਂ ਦੇ ਉੱਪਰ ਇਹੀ ਪ੍ਰਚਾਰ ਕਰਦੇ ਨੇ ਵੀ ਗੁਰਦੁਆਰਿਆਂ ਵਿੱਚੋਂ ਕੁਰਸੀਆਂ ਚੁੱਕੀਆਂ ਜਾਣ। ਅੰਮ੍ਰਿਤਪਾਲ ਸਿੰਘ ਜੀ ਨੇ ਤਾਂ ਬਾਅਦ ਵਿੱਚੋਂ ਇਹ ਵਿਸ਼ੇ ਨੂੰ ਅੱਗੇ ਤੋਰਿਆ। ਉਸ ਤੋਂ ਪਹਿਲਾਂ ਭਾਈ ਗਿਆਨੀ ਜਸਵੰਤ ਸਿੰਘ ਨੇ, ਮੈਂ ਵੱਖ-ਵੱਖ ਉਹਨਾਂ ਦੀਆਂ ਕਥਾਵਾਂ ਵੀ ਸੁਣੀਆਂ ਨੇ, ਉਹ ਪਹਿਲਾਂ ਇਹ ਗੱਲ ਕਹਿੰਦੇ ਨੇ ਵੀ ਜਿੱਥੇ ਮੈਨੂੰ ਕਥਾ ਕਰਨ ਲੈ ਕੇ ਜਾਣਾ ਵੀ ਉੱਥੇ ਕੁਰਸੀਆਂ ਨਹੀਂ ਹੋਣੀਆਂ ਚਾਹੀਦੀਆਂ। ਪਰ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਵੀ ਜਦੋਂ ਤੁਸੀਂ ਕਥਾ ਕਰਨ ਆਏਗੇ ਹੋ ਵੀ ਅਸੀਂ ਕੁਰਸੀਆਂ ਚੱਕ ਦੇਵਾਂਗੇ, ਵੀ ਉਹ ਕੁਰਸੀਆਂ 'ਤੇ ਹੋਣਗੇ, ਪਰ ਫਿਰ ਉੱਥੇ ਲਾ ਦਿੰਦੇ ਨੇ। ਕਾਰਨ ਕੀ ਹੈ ਵੀ ਜਦੋਂ ਗਿਆਨੀ ਜਸਵੰਤ ਸਿੰਘ ਨੇ ਪਹਿਲਾਂ ਮੁੱਦੇ ਇਹ ਚੁੱਕੇ ਹੋਏ ਨੇ, ਜੇ ਭਾਈ ਅੰਮ੍ਰਿਤਪਾਲ ਸਿੰਘ ਉਸ ਨੂੰ ਅਮਲੀ ਜਾਮਾ ਪਹਿਨਾ ਰਿਹਾ, ਭਾਵੇਂ ਹੁਣ ਦੇਖੋ ਜਦੋਂ ਜੜ ਪੱਟਣੀ ਹੈ ਤਕਲੀਫ ਤਾਂ ਹੁੰਦੀ ਹੋਈ ਹੈ, ਤਕਲੀਫ ਤਾਂ ਹੋਣੀ ਹੋਈ ਹੈ ਵੀ ਜਦੋਂ ਜੜ ਪੁੱਟਣੀ ਹੈ ਕਿਸੇ ਕਹਿੰਦਾ ਉਹਦੀ ਆਪਾਂ ਵੀ ਉਹਨੂੰ ਸਮਝੋ ਵੀ ਕਿਸੇ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਦਾ ਇੱਕ ਮੁੱਦਾ ਹੀ ਹੈ ਇਹ ਵੀ ਜਿਹੜੇ ਲੋਕ ਅਗਰ ਬਰਾਬਰ ਬਹਿੰਦੇ ਨੇ, ਇਹਨਾਂ ਦਾ ਕਿਵੇਂ ਹੱਲ ਹੋ ਜਾਊਗਾ ਜਦੋਂ ਆਪਾਂ ਨੂੰ ਵਾਰ-ਵਾਰ ਲੋਕਾਂ ਨੂੰ ਸਟੇਜ ਤੋਂ ਕਈਆਂ ਨੂੰ ਪਤਾ ਵੀ ਅਸੀਂ ਕਹਿੰਦੇ ਹਾਂ ਵੀ ਪ੍ਰਬੰਧਕ ਕਮੇਟੀ ਕਹਿੰਦੇ ਸਾਨੂੰ ਪਤਾ ਨਹੀਂ ਗਾ, ਮਤਲਬ ਨਹੀਂ ਹੈਗਾ। ਪਰ ਸਾਡਾ ਦੁਖਾਂ ਤਾਂ ਭਾਈ ਸੁਖਵਿੰਦਰ ਸਿੰਘ ਜੀ ਵੀ ਜਦੋਂ ਸਾਡੇ ਕਿਸੇ ਮਰਿਆਦਾ ਦੇ ਪੱਖ ਨੂੰ ਲੈ ਕੇ, ਗੁਰੂ ਦੇ ਸਤਿਕਾਰ ਨੂੰ ਪੱਖ ਨੂੰ ਲੈ ਕੇ ਜਦੋਂ ਨਾ ਵਿਵਾਦ ਬਣ ਜਾਂਦੇ ਨੇ, ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਉਦੋਂ ਜਾਗਦੀਆਂ ਨੇ। ਮੈਂ ਅੱਜ ਹੀ ਪੜ੍ਹ ਲਿਆ ਸੀਗਾ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਰੋਪੜ ਗੁਰਦੁਆਰਾ ਭੱਠਾ ਸਾਹਿਬ ਇਸ ਵਿਸ਼ੇ ਤੇ ਮੀਟਿੰਗ ਬੁਲਾ ਲਈ ਆ, ਧਰਮ ਪ੍ਰਚਾਰ ਕਮੇਟੀ ਦੀ। ਅਕਾਲ ਤਖਤ ਸਾਹਿਬ ਤੇ ਉੱਪਰ ਵੀ ਗੱਲ ਚੱਲ ਰਹੀ ਆ। ਤੇ ਇਹ ਗੱਲ ਹੋਣ ਤੋਂ ਪਹਿਲਾਂ ਹੀ ਕਿਉਂ ਨਹੀਂ ਸਖਤੀ ਦੇ ਨਾਲ ਪ੍ਰਬੰਧਕ ਕਮੇਟੀਆਂ ਨੂੰ ਕਹਿ ਦਿੱਤਾ ਜਾਂਦਾ ਵੀ ਜੇ ਇਸ ਤਰ੍ਹਾਂ ਦੀ ਗੱਲ ਕਿਸੇ ਵੀ ਗੁਰਦੁਆਰੇ ਦੇ ਵਿੱਚ ਅਵੱਗਿਆ ਹੋਈ ਤਾਂ ਉਸ ਕਮੇਟੀ ਨੂੰ ਡਿਸਮਿਸ ਕੀਤਾ ਜਾਊਗਾ, ਉਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਪੰਥਕ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇਹ ਸਖਤ ਸਟੈਂਡ ਸਾਨੂੰ ਪਹਿਲਾਂ ਹੀ ਲੈ ਲੈਣੇ ਚਾਹੀਦੇ। ਅਕਾਲ ਤਖਤ ਸਾਹਿਬ ਇਸ ਗੱਲ ਦਾ ਮੰਨਦੇ ਨਹੀਂ, ਲੋਕ ਬਹੁਤ ਕੰਪਲੇਂਟਾਂ ਗਈਆਂ ਹੋਈਆਂ ਅਕਾਲ ਤਖਤ ਸਾਹਿਬ ਦੇ ਕੋਲ, ਕੋਈ ਗੱਲ ਮੰਨਦੀ ਨਹੀਂ ਗਾ। ਉਹ ਕਹਿੰਦੇ ਵੀ ਅਸੀਂ ਇਹਨਾਂ ਜਿਹੜੀਆਂ ਲੋਕਲ ਕਮੇਟੀਆਂ ਦੇ ਵਿੱਚੋਂ ਇੰਟਰਫੇਅਰ ਕਰ ਨਹੀਂ ਸਕਦੇ। ਨਹੀਂ, ਕਿਉਂ ਨਹੀਂ ਕਰ ਸਕਦੇ? ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਆ। ਅਕਾਲ ਤਖਤ ਸਾਹਿਬ ਤੋਂ ਬਾਹਰ ਅੱਗੇ ਸਿੱਖਾਂ ਨੇ ਜਾਣਾ ਕਿਹਦੇ ਕੋਲੇ ਆਪਣੀ ਕੰਪਲੇਂਟ ਕਰ ਲੈ ਕੇ? ਇਹ ਨਹੀਂ ਗੱਲ ਹੈਗੀ ਵੀ ਅਕਾਲ ਤਖਤ ਸਾਹਿਬ ਕੋਲੇ ਹਰ ਤਰ੍ਹਾਂ ਦੀ ਪਾਵਰ ਆ ਤੇ ਉਹ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰਵਾ ਸਕਦੇ ਨੇ, ਪੰਥਕ ਕਾਰਵਾਈ ਤਾਂ ਉਹਨਾਂ ਦੇ ਹੱਥ ਵਿੱਚ ਹੀ ਆ। ਤੇ ਜਿੱਥੇ ਨਹੀਂ ਲਾਗੂ ਹੁੰਦੀ ਉੱਥੇ ਸਖਤੀ ਨਾਲ ਵੀ ਲਾਗੂ ਕਰਾਓ। ਤੇ ਫਿਰ ਕੁਦਰਤੀ ਸੁਭਾਵਕ ਆ, ਜੇ ਉਹ ਚੀਜ਼ਾਂ ਆਮ ਸੁਭਾਵਕ ਪਿਆਰ ਭਾਵਨਾ ਦੇ ਨਾਲ ਲਾਗੂ ਨਹੀਂ ਹੁੰਦੀਆਂ ਤੇ ਫਿਰ ਉਹ ਜਲੰਧਰ ਵਾਲੀਆਂ ਘਟਨਾਵਾਂ ਘਟਣਗੀਆਂ। ਤਾਂ ਮੈਂ ਆਪ ਖੁਦ ਕਹਿਣਾ ਵੀ ਮੈਂ ਬੜਾ ਸਖਤ ਹੈ ਗੱਲਾਂ ਦੇ ਨਾਲ ਲੈ ਕੇ। ਅਸੀਂ ਕਿਸੇ ਕੀਮਤ ਤੇ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਵੀ ਸਤਿਗੁਰੂ ਪਿਤਾ ਦੇ ਸਨਮੁਖ ਕੋਈ ਬੰਦੇ ਕੁਰਸੀਆਂ ਲਾ ਕੇ ਬਹਿ ਜਾਣ, ਸੋਫੇ ਲਾ ਕੇ ਬਹਿ ਜਾਣ। ਇਹ ਤਾਂ ਬਿਲਕੁਲ ਹੀ ਗੁਰੂ ਪਿਤਾ ਦਾ ਅਪਮਾਨ ਆ। ਅਸੀਂ ਰੌਲਾ ਪਾਈ ਜਾਂਦੇ ਹਾਂ ਹੋਰਾਂ ਦੇ ਨਾਲ ਵੀ ਗੁਰੂ ਸਾਹਿਬ ਦੀ ਬੇਅਦਬੀ ਦਾ ਅਸੀਂ ਖੁਦ ਕਰੀ ਜਾ ਰਹੇ ਹਾਂ। ਇਹਦਾ ਮਤਲਬ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਿਲਕੁਲ ਦੇਖੋ, ਪ੍ਰਬੰਧਕ ਕਮੇਟੀਆਂ ਵੀ ਦੋਸ਼ੀ ਨੇ। ਮੈਂ ਕਹਿੰਦਾ ਸੇਵਾਦਾਰ ਵੀ ਜਿਹੜੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਪ੍ਰਚਾਰਕ ਨੇ, ਜਦੋਂ ਉਹ ਸਖਤ ਸਟੈਂਡ ਨਹੀਂ ਨਾ ਲੈਂਦੇ, ਜਿਵੇਂ ਤੁਸੀਂ ਗਿਆਨੀ ਜਸਵੰਤ ਸਿੰਘ ਦੀ ਗੱਲ ਕੀਤੀ ਆ, ਉਹ ਪਹਿਲਾਂ ਕਹਿ ਦਿੰਦੇ ਵੀ ਸੱਜਣਾ ਮੈਨੂੰ ਤਾਂ ਬੁਲਾਈ ਜੇ ਉੱਥੇ ਮੇਜ਼ ਕੁਰਸੀਆਂ ਵਗੈਰਾ ਨਹੀਂ ਹੋਣਗੀਆਂ। ਕਹਿ ਦਿੱਤਾ ਨਾ ਆਪਣੀ ਗੱਲ। ਜੇ ਉੱਥੇ ਜਾਂਦੇ ਨੂੰ ਹੈਗੀਆਂ ਤਾਂ ਕਥਾ ਨਹੀਂ ਹੋਣੀ ਚਾਹੀਦੀ, ਕੀਰਤਨ ਨਹੀਂ ਹੋਣਾ ਚਾਹੀਦਾ। ਜੇ ਮੈਨੂੰ ਫਰਜ਼ ਕੀਤਾ ਮੈਂ ਇਹ ਗੱਲਾਂ ਨੂੰ ਨਹੀਂ ਮੰਨਦਾ, ਮੈਨੂੰ ਗਿਆਨ ਆ ਵੀ ਇਹ ਗੱਲਾਂ ਮਰਿਆਦਾ ਤੋਂ ਉਲਟ ਗੁਰੂ ਪਿਤਾ ਦੇ ਅਪਮਾਨ ਵਜੋਂ ਦੇਖੀਆਂ ਜਾ ਸਕਦੀਆਂ ਨੇ, ਤੇ ਫਿਰ ਮੇਰਾ ਫਰਜ਼ ਬਣਦਾ ਵੀ ਜਿੱਥੇ ਇਸ ਤਰ੍ਹਾਂ ਦਾ ਮਾਹੌਲ ਹੋਵਾਂ ਜਾਂ ਉਹ ਜੇ ਮੈਨੂੰ ਕੋਈ ਧੋਖੇ ਨਾਲ ਲੈ ਜਾਵੇ ਤਾਂ ਮੈਂ ਉੱਥੇ ਆਪਣਾ ਸਟੈਂਡ ਲੈ ਲਵਾਂ ਵੀ ਨਹੀਂ, ਜਾਂ ਤਾਂ ਇਹ ਚੀਜ਼ ਨੂੰ ਪਰੇ ਕਰ ਦੋ, ਨਹੀਂ ਫਿਰ ਮੈਂ ਨਹੀਂ। ਇਹ ਫਿਰ ਕਮੇਟੀਆਂ ਦੇ ਉੱਪਰ ਅਕਾਲ ਤਖਤ ਨੂੰ ਕਾਨੂੰਨੀ ਕਾਰਵਾਈ ਲਾ ਲਓ, ਭਾਵੇਂ ਧਾਰਮਿਕ ਸਜ਼ਾਵਾ ਲਾ ਲਓ, ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਅਕਾਲ ਤਖਤ ਸਾਹਿਬ ਕਿਉਂ ਚੁੱਪ ਹੈ? ਨਹੀਂ ਦੇਖੋ, ਇਹਦੇ ਵਿੱਚ ਮੈਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰੂੰਗਾ, ਜਥੇਦਾਰ ਨੂੰ ਵੀ ਤੁਹਾਡੀ ਬਣਦੀ ਜ਼ਿੰਮੇਵਾਰੀ ਆ ਇਹ ਕੌਮ ਦੇ ਵਿੱਚ ਵਿਵਾਦ ਨਾ ਬਣ ਦਿਓ, ਕਿਉਂਕਿ ਪਹਿਲਾਂ ਵੱਡੇ ਵਿਵਾਦ ਬਣੇ ਨੇ। ਸਾਨੂੰ ਪਤਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਕਬਰਾਂ, ਮੜੀਆਂ, ਮਸਾਣੀਆਂ, ਸਮਾਧਾਂ ਤੇ ਆਮ ਹੀ ਹੋਣ ਲੱਗ ਗਿਆ। ਟਰਾਲੀਆਂ ਦੇ ਵਿੱਚ ਲੋਕ ਸੜਕਾਂ ਦੇ ਕਿਨਾਰੇ ਕਢਾ ਕੇ ਟਰਾਲੀਆਂ ਦੇ ਵਿੱਚ ਆਮ ਤੰਬੂ ਜਿਹਾ ਲਾ ਕੇ ਉਹਦੇ ਵਿੱਚ ਹੀ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਬਹਿ ਜਾਂਦੇ ਸੀਗੇ। ਤੇ ਚਲੋ ਏਕ ਨੂਰ ਖਾਲਸਾ ਫੌਜ ਜਥੇਬੰਦੀ ਦੇ ਮੈਨੂੰ ਪੰਜਾਬ ਪ੍ਰਧਾਨ ਦੀ ਸੇਵਾ ਦਾ ਮੌਕਾ ਮਿਲਿਆ, ਤੱਕ ਦਮਦਮਾ ਸਾਹਿਬ ਵੱਲੋਂ ਮੈਂ ਨਿਭਾਈ। ਅਸੀਂ ਬਹੁਤ ਸਖਤੀ ਵਰਤੀ, ਬੜਾ ਲੋਕਾਂ ਨੇ ਸਾਡਾ ਵਿਰੋਧ ਵੀ ਕੀਤਾ, ਪਰ ਅਸੀਂ ਕਹਿੰਦੇ ਵੀ ਜੇ ਕਿਤੇ ਉਹ ਪਹਿਲਾਂ ਹੀ ਗੱਲਾਂ ਸਾਰੀਆਂ ਅਕਾਲ ਤਖਤ ਸਾਹਿਬ ਵੱਲੋਂ ਹੋ ਜਾਣ ਤੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੀ ਨਾ ਜਾਵੇ। ਨਹੀਂ, ਇੱਕ ਦਿਨ ਮੈਂ ਬਾਬਾ ਬੰਤਾ ਸਿੰਘ ਦੀ ਗੱਲ ਇਹ ਸੁਣ ਰਿਹਾ ਸੀਗਾ, ਉਹ ਕਹਿੰਦਾ ਫੇਰ ਕੀ ਹੋ ਗਿਆ ਜੇ ਕਹਿੰਦੇ ਵੀ ਕਬਰਾਂ ਦੇ ਉੱਪਰ ਅਖੰਡ ਪਾਠ ਕਰਾਇਆ ਜਾਂਦਾ, ਇਹ ਤਾਂ ਕਹਿੰਦਾ ਸਮਾਗਮ ਘਟ ਗਏ। ਤੇ ਮੈਂ ਕਹਾਂ ਤੇ ਹੁਣ ਉਹ ਵਿਦਵਾਨ ਵੀ ਆ ਤੇ ਪਤਾ ਨਹੀਂ ਉਹਦੇ ਪਿੱਛੇ ਉਹ ਕਿਹੜੀ ਗੱਲ ਬੋਲਦੀ ਸੀਗੀ ਬਾਬਾ ਬੰਤਾ ਸਿੰਘ ਦੇ, ਵੀ ਮੈਂ ਉਹ ਸੁਣੀ ਆ ਗੱਲ ਉਹਨਾਂ ਦੀ, ਪਰ ਉਹ ਬਹੁਤ ਮੰਦਭਾਗੀ ਗੱਲ ਆ। ਜਿਸ ਗੁਰੂ ਦੇਖੋ ਮਰਿਆਦਾ ਵਿੱਚ ਲਿਖਿਆ ਗਿਆ, ਸਿੱਖ ਰਹਿਤ ਮਰਿਆਦਾ ਵਿੱਚ, ਵੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਉਸੇ ਅਸਥਾਨ ਤੇ ਹੋ ਸਕਦਾ ਜਿੱਥੇ ਗੁਰਮਤਿ ਦੇ ਅਨੁਕੂਲ ਸਰਗਰਮੀਆਂ ਹੋਣ। ਗੁਰਮਤਿ ਦੇ ਅਨੁਕੂਲ ਸਭ ਤੋਂ ਵੱਡੀ ਗੱਲ ਤਾਂ ਗੁਰਮਤਿ ਦੀ ਆ। ਗੁਰਮਤਿ ਹੀ ਜੇ ਆਪਾਂ ਨੂੰ ਠੱਲ ਪਾਵਾਂਗੇ, ਜੇ ਇਹ
ਹੁਣ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੀ ਤਾਂ ਤੁਸੀਂ ਵੇਖੋ ਇੱਕ ਗੱਲ ਹੈਗੀ ਆ, ਮੈਂ ਸਤਿਗੁਰੂ ਪਿਤਾ ਦੀ ਪਾਵਨ ਬਾਣੀ ਦੇ ਤੁਹਾਨੂੰ ਬਚਨ ਦੱਸਦਾ। ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਸਤਿਗੁਰ ਸੇਵੀ ਅਵਰ ਨਾ ਦੂਜਾ, ਗੁਰੂ ਦੇ ਤੁੱਲ ਕੋਈ ਹੋਰ ਚੀਜ਼ ਨਹੀਂ ਹੈ। ਗੁਰੂ ਦੀ ਬਰਾਬਰੀ ਨਾ ਤਾਂ ਅਸੀਂ ਇਹ ਕੋਈ ਆਸਣ ਲਾ ਕੇ ਕਰ ਸਕਦੇ ਆ ਤੇ ਨਾ ਕੋਈ ਪੁਸਤਕ ਦੇ ਰੂਪ ਦੇ ਵਿੱਚ ਕਰ ਸਕਦੇ ਆ। ਹਾਂਜੀ, ਤੇ ਫਿਰ ਦੂਸਰੀ ਗੱਲ ਵੀ ਗੁਰੂ ਸਾਹਿਬ ਦਾ ਜਿਹੜਾ ਇਹ ਕੀ ਅਪਮਾਨ ਨਹੀਂ, ਜਿਵੇਂ ਬਾਬਾ ਬੰਦਾ ਸਿੰਘ ਦੀ ਤੁਸੀਂ ਗੱਲ ਕੀਤੀ ਆ ਵੀ ਕਿਸੇ ਕਬਰ ਤੇ ਕਿਸੇ ਸਮਾਧ ਤੇ ਗੁਰੂ ਗ੍ਰੰਥ ਸਾਹਿਬ ਦਾ ਹੋਵੇ ਪ੍ਰਕਾਸ਼, ਤੇ ਗੁਰੂ ਗ੍ਰੰਥ ਸਾਹਿਬ ਹੀ ਬੋਲ ਕੇ ਕਹਿੰਦੇ ਹੁਣ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨੇਪਲ ਹੈ ਸੇਵ। ਤੇ ਜਿਵੇਂ ਲੈਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੱਥੇ ਬਾਅਦ ਚੋਂ ਟੇਕਦੇ ਨੇ, ਪਹਿਲਾਂ ਉਹ ਸਮਾਧਾਂ ਕਬਰਾਂ ਮੜੀਆਂ ਮਸਾਣੀਆਂ ਤੇ ਲੋਕ ਲੰਬੀਆਂ ਲਾਈਨਾਂ ਲਾ ਕੇ ਮੱਥਾ ਟੇਕ ਕੇ ਫੇਰ ਕਿਤੇ ਵਲ ਕੇ ਗੁਰੂ ਗ੍ਰੰਥ ਸਾਹਿਬ ਕੋਲੇ ਆਉਂਦੇ ਨੇ। ਤੇ ਕੀ ਇਹ ਗੁਰੂ ਦਾ ਅਪਮਾਨ ਨਹੀਂ? ਨਹੀਂ, ਉਹ ਕਹਿੰਦੇ ਵੀ ਸਮਾਗਮ ਘਟ ਗਏ। ਨਹੀਂ, ਉਹ ਫਿਰ ਮੈਂ ਕਹਿੰਦਾ ਵੀ ਫਿਰ ਤੁਸੀਂ ਬਿਜ਼ਨਸ ਹੋਰ ਕਰ ਲਓ। ਸਮਾਗਮ ਘਟਣ ਦਾ ਭਾਵ ਬਿਜ਼ਨਸ ਹੀ ਹੋ ਗਿਆ ਨਾ, ਵੀ ਜੇ ਪਾਈਗਾ ਸਾਡੇ ਪ੍ਰਚਾਰਕਾਂ ਨੇ, ਸਾਡੇ ਸੇਵਾਦਾਰਾਂ ਨੇ ਜਾਂ ਮੇਰੇ ਵਰਗਿਆਂ ਨੇ ਇਹਨੂੰ ਬਿਜ਼ਨਸ ਬਣਾਉਣਾ, ਮੈਂ ਹੱਥ ਜੋੜ ਕੇ ਬੇਨਤੀ ਕਰੂ ਕਿ ਬਿਜ਼ਨਸ ਦੁਨੀਆ ਵਿੱਚ ਹੋਰ ਬਹੁਤ ਨੇ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਬਿਜ਼ਨਸ ਦੇ ਰੂਪ ਵਿੱਚ ਨਾ ਲਓ। ਤੁਸੀਂ ਉਸ ਮਾਲਕ ਦਾ ਪ੍ਰਚਾਰ ਕਰ ਰਹੇ ਹੋ ਜਿਸ ਮਾਲਕ ਦੇ ਘਰ ਵਿੱਚ ਤੁਸੀਂ ਵੀ ਪੜ੍ਹ ਕੇ ਸੁਣਾਉਂਦੇ ਹੋ, ਤੇ ਇਹਨੂੰ ਮੰਨ ਕੇ ਵੀ ਦੇਖੋ ਕਿ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਉਹਦੇ ਮੜ ਕੇ ਦੇਖੋ, ਫਿਰ ਸਾਰਾ ਕੁਝ ਹੀ ਮਿਲਦਾ। ਸਮਾਗਮ, ਉਹ ਸਮਾਗਮਾਂ ਦਾ ਅਰਥ ਕੀ ਹੈ? ਜਿੱਥੇ ਗੁਰੂ ਦੀ ਮੱਤੀ ਨਹੀਂ ਲਾਗੂ ਹੋਣੀ, ਜਿੱਥੇ ਗੁਰੂ ਦੀ ਮੱਤ ਤੋਂ ਉਲਟ ਕੰਮ ਹੋਣਾ, ਉਹਨੂੰ ਸਮਾਗਮ ਅਸੀਂ ਕਿਵੇਂ ਮੈਂ ਕਹਿ ਰਹੀ ਵੀ ਸਮਾਗਮ ਘਟ ਗਏ। ਗੱਲ ਤਾਂ ਗੁਰਮਤਿ ਸਮਾਗਮਾਂ ਦੀ ਹੈ ਵੀ ਜਿੱਥੇ ਗੁਰੂ ਦੀ ਮੱਤ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ। ਸੋ ਜੇ ਜਿਹੜਾ ਹੁਣ ਮੁੱਦਾ ਭਖਿਆ ਹੋਇਆ ਪੰਜਾਬ ਦੇ ਵਿੱਚ, ਇਹ ਕਿਵੇਂ ਰੋਕਿਆ ਜਾ ਸਕਦਾ ਹੈ? ਕਮੇਟੀਆਂ ਨੂੰ ਕੀ ਕਰਨਾ ਚਾਹੀਦਾ ਵੀ ਉਹਨਾਂ ਨੂੰ ਆਪ ਮੁਹਾਰੇ ਗੁਰਦੁਆਰਿਆਂ 'ਚ ਕੁਰਸੀਆਂ ਕੱਢ ਨਹੀਂ ਦੇਣੀਆਂ ਚਾਹੀਦੀਆਂ? ਬਿਲਕੁਲ, ਦੇਖੋ ਮੈਂ ਬੇਨਤੀ ਕਰੂੰ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਤੁਸੀਂ ਸੂਝਵਾਨ ਬਣੋ ਤੇ ਤੁਹਾਡੇ ਕੋਲ ਇਸ ਚੀਜ਼ ਦਾ ਬਦਲਾ ਜਾਂ ਤਾਂ ਇਹ ਹੋਵੇ ਵੀ ਚੀਜ਼ ਦਾ ਬਦਲ ਹੀ ਕੋਈ ਨਹੀਂ ਹੈਗਾ। ਇਹ ਚੀਜ਼ ਦਾ ਬਦਲਾ ਵੀ ਆਮ ਕਰਕੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰ ਬਰਾਂਡੇ ਹੁੰਦੇ ਨੇ, ਉਹਨਾਂ ਬਰਾਂਡਿਆਂ ਦੇ ਵਿੱਚ ਤੁਸੀਂ ਇਹ ਜੇ ਹਾਂ ਹੈ ਕੋਈ, ਤਾਂ ਜੇ ਕੋਈ ਵਾਕਈ ਹੀ ਕਿਸੇ ਨੂੰ ਗੋਡਿਆਂ ਦੀ, ਲੱਤਾਂ ਦੀ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਫਿਜ਼ੀਕਲੀ ਹੈਗੀ ਆ, ਉਹਦੇ ਬੈਠਣ ਦਾ ਪ੍ਰਬੰਧ ਤੁਸੀਂ ਕਰ ਸਕਦੇ ਹੋ, ਉਹ ਵੀ ਪਰ ਗੁਰੂ ਸਾਹਿਬ ਤੋਂ ਪਰੇ, ਗੁਰੂ ਦੇ ਸਨਮੁਖ ਨਹੀਂ, ਦਰਬਾਰ ਸਾਹਿਬ ਦੇ ਬਾਹਰ ਨਹੀਂ। ਉਹ ਤਾਂ ਚਲੋ ਆਪਾਂ ਵੇਖਦੇ ਆ ਕਹਿੰਦਾ ਜਿਹੜੇ ਅਪਾਹਜ ਹੁੰਦੇ ਨੇ ਉਹਨਾਂ ਵਾਸਤੇ ਵੀ ਵੀਲ ਚੇਅਰਾਂ ਲਾਈ ਹੋਈਆਂ ਨੇ, ਦਰਬਾਰ ਸਾਹਿਬ ਵੀ ਲਾਈਆਂ ਹੋਈਆਂ ਨੇ, ਠੀਕ ਹੈ, ਉਹ ਬਾਹਰਲਾ ਮੁੱਦਾ ਰਹਿ ਗਿਆ। ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਂ ਕੋਈ ਕੁਰਸੀ ਨਹੀਂ ਲੱਗਦੀ ਕਿਸੇ ਕੀਮਤ ਤੇ ਇਸ ਤਰ੍ਹਾਂ ਦਾ ਵਾਤਾਵਰਨ ਸਾਨੂੰ ਨਹੀਂ ਹੋਣ ਦੇਣਾ ਚਾਹੀਦਾ। ਤੇ ਇਹ ਫਿਰ ਸਾਡੀ ਇਹ ਮੈਂ ਕਹਿੰਦਾ ਵੀ ਗੁਰੂ ਪਿਤਾ ਕਿਰਪਾ ਕਰਨ ਇਹ ਭਰਾ ਮਾਰੂ ਜੰਗ ਵਿੱਚ ਚੇਂਜ ਨਾ ਹੋਵੇ। ਮੈਂ ਹੱਥ ਜੋੜ ਕੇ ਬੇਨਤੀ ਕਰਨਾ ਪ੍ਰਬੰਧਕ ਢਾਂਚੇ ਨੂੰ ਕਿ ਤੁਸੀਂ ਆਪਣੀ ਬਣਦੀ ਜ਼ਿੰਮੇਵਾਰੀ ਅਦਾ ਕਰੋ, ਤੇ ਸੰਗਤਾਂ ਨੂੰ ਵੀ ਬੇਨਤੀ ਆ ਵੀ ਐਵੇਂ ਤੈਸ਼ ਵਿੱਚ ਨਾ ਆ ਜਾ ਕਰੋ। ਪਹਿਲਾਂ ਗੱਲ ਨੂੰ ਸਮਝੋ, ਸਾਡੇ ਵਿੱਚ ਵਿਚਾਰ ਦਾ ਜਿਹੜਾ ਮੁੱਦਾ ਉਹ ਘਟ ਗਿਆ, ਅਸੀਂ ਵਿਚਾਰ ਕਿਸੇ ਗੱਲ ਤੇ ਵਿਚਾਰ ਕਰਦੇ ਨਹੀਂ। ਇੱਕ ਵਾਰ ਸੰਗਤ ਕਹਿੰਦਾ ਉਹਦਾ ਵਿਰੋਧ ਕਰਦੀ ਹੈ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਨੌਜਵਾਨਾਂ ਨੇ ਭੰਨਿਆ। ਦੇਖੋ ਮੈਂ ਸੰਗਤ ਨੂੰ ਵੀ ਬੇਨਤੀ ਕਰੋ ਵੀ ਇਹ ਗੱਲ ਕਾਰਵਾਈਆਂ ਕਰਾਉਣ ਦਾ ਮੁੱਦਾ ਨਹੀਂ, ਇਹ ਵਿਰੋਧਤਾ ਦਾ ਮੁੱਦਾ ਨਹੀਂ, ਇਹ ਵਿਚਾਰ ਦਾ ਮੁੱਦਾ ਹੈਗਾ। ਇਹਨੂੰ ਵਿਚਾਰੋ ਵੀ ਕੀ ਜੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਉਸ ਟੀਮ ਨੇ ਕੁਛ ਕੀਤਾ, ਕੀ ਉਹ ਗੁਰਮਤਿ ਤੋਂ ਵਿਰੋਧ ਕੀਤਾ? ਉਹਨਾਂ ਨੇ ਮੈਂ ਕਹੂੰਗਾ ਦਾਅਵੇ ਨਾਲ ਕਹਿਣਾ ਵੀ ਉਹਨਾਂ ਨੇ ਬਿਲਕੁਲ ਸਹੀ ਕੀਤਾ। ਵੱਡੇ ਟੀਵੀ ਚੈਨਲਾਂ ਤੇ ਵੀ ਚੱਲਦਾ ਵੀ ਉਹਨਾਂ ਨੇ ਬਹੁਤ ਗਲਤ ਕਰਿਆ, ਉਹਨਾਂ ਨੇ ਕੁਰਸੀਆਂ ਭੰਨਤੀਆਂ, ਕੁਰਸੀਆਂ ਕਿਸੇ ਨੂੰ ਦੇਣੀਆਂ ਚਾਹੀਦੀਆਂ ਸੀ। ਨਹੀਂ ਦੇਖੋ, ਜਦੋਂ ਤੁਸੀਂ ਗੱਲ ਹੀ ਨਹੀਂ ਮੰਨਦੇ ਹੈਗੇ ਤੇ ਉਹ ਕੁਰਸੀਆਂ ਕਿਸੇ ਨੂੰ ਦੇ ਦਿਓ, ਤੁਸੀਂ ਪਹਿਲਾਂ ਹੀ ਦੇ ਦਿਓ ਕਿਸੇ ਨੂੰ। ਬਾਅਦ ਵਿੱਚ ਗੁਰੂ ਸਾਹਿਬ ਦੇ ਸਨਮੁਖ ਜਿਹੜੀ ਚੀਜ਼ ਵਰਤੀ ਜਾਂਦੀ ਆ, ਤੇ ਮੈਂ ਨਹੀਂ ਕਹਿੰਦਾ, ਕਿਉਂਕਿ ਇਸ ਤਰ੍ਹਾਂ ਦਾ ਇੱਕ ਦੋ ਘਟਨਾਵਾਂ ਤਾਂ ਆਮ ਹੁੰਦੀਆਂ ਨੇ ਤਾਂ ਹੀ ਠੱਲ ਪੈਂਦੀ, ਨਹੀਂ ਸਾਡੇ ਲੋਕ ਪਿੱਛੇ ਮੁੜਦੇ ਵੀ ਨਹੀਂ। ਇਸ ਕਰਕੇ ਸਾਨੂੰ ਪਤਾ ਵੀ ਜਦੋਂ ਸਮਾਧਾਂ ਸਮੂਦਾਂ ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਰੋਕੇ ਨੇ, ਸਾਨੂੰ ਬੜਾ ਵਿਰੋਧ ਝੱਲਣਾ ਪਿਆ, ਕਈ ਵਾਰੀ ਡਾਂਗ ਸੋਟੇ ਵੀ ਹੋਏ ਨੇ, ਕਈ ਥਾਵਾਂ ਤੇ ਗੋਲੀਆਂ ਵੀ ਚੱਲੀਆਂ ਸੀ। ਮੈਂ ਕਹਿੰਦਾ ਵੀ ਨਹੀਂ, ਉਹ ਬਹੁਤ ਔਖੇ ਨੇ, ਭਰਾ ਨੂੰ ਮਾਰਦਾ, ਅਸੀਂ ਆਪਸ ਵਿੱਚ ਲੜਦੇ ਲੋਕਾਂ ਨੂੰ ਤਮਾਸ਼ਾ ਦਿਖਾਉਣ ਵਾਲੀਆਂ ਗੱਲਾਂ ਨੇ। ਇਹਨਾਂ ਤੋਂ ਸਾਨੂੰ ਜਿਹੜੀ ਧਿਰ ਇਹ ਚੀਜ਼ਾਂ ਨੂੰ ਕਹਿੰਦੀ ਹੈ ਵੀ ਹੋਣਾ ਚਾਹੀਦਾ, ਉਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਬੈਠ ਕੇ, ਵਿਵਾਦ ਵਿੱਚ ਨਹੀਂ ਆਉਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੂੰ ਕੋਈ ਪੈਨਲ ਬਣਾਉਣਾ ਚਾਹੀਦਾ, ਗੁਰਦੁਆਰਿਆਂ ਦੇ ਵਿੱਚ ਭੇਜ ਕੇ ਉਹ ਇਸ ਮੁੱਦੇ ਦਾ ਹੱਲ ਕੀਤਾ ਜਾਵੇ ਵੀ ਜਿਹੜੀਆਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਨੇ ਉਹ ਪੈਨਲ ਉਹਨਾਂ ਨੂੰ ਚੁਕਾਵੇ। ਬਿਲਕੁਲ ਬਿਲਕੁਲ, ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਗੁਰੂ ਸਾਹਿਬ ਦੇ ਸਤਿਕਾਰ ਦੇ ਪ੍ਰਤੀ, ਮਰਿਆਦਾ ਦੀ ਬਹਾਲੀ ਦੇ ਪ੍ਰਤੀ ਜਿਹੜੀਆਂ ਗੱਲਾਂ ਨੇ, ਇਹ ਸਾਡੀਆਂ ਸਰਮਾਉਰ ਸੰਸਥਾਵਾਂ ਨੂੰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇੱਕ ਤਾਂ ਉਹ ਅਥੋਰਾਈਜ਼ਡ ਨੇ, ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਅਕਾਲ ਤਖਤ ਸਾਹਿਬ ਕਰੇ, ਕੇਸਗੜ੍ਹ ਸਾਹਿਬ ਤਖਤ ਸਾਹਿਬ ਕਰੇ, ਦਮਦਮਾ ਸਾਹਿਬ ਤਖਤ ਸਾਹਿਬ ਤੋਂ ਕੋਈ ਕਾਰਵਾਈ ਹੋਵੇ, ਉੱਥੋਂ ਬਕਾਇਦਾ ਤੌਰ 'ਤੇ ਟੀਮਾਂ ਭੇਜੀਆਂ ਜਾਣ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਦਾ ਵਾਤਾਵਰਨ ਚੈੱਕ ਕੀਤਾ ਜਾਵੇ, ਉੱਥੇ ਗੁਰੂ ਦੇ ਅਦਬ ਤੇ ਸਤਿਕਾਰ ਨੂੰ ਬਾਚਿਆ ਜਾਵੇ, ਉੱਥੇ ਪ੍ਰਬੰਧਕ ਢਾਂਚਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਇਹ ਪ੍ਰਬੰਧਕ ਸਹੀ ਨੇ, ਇਹਨਾਂ ਨੂੰ ਕੋਈ ਗੁਰਮਤਿ ਦੀ ਸੂਝ-ਬੂਝ ਹੈ। ਜੇ ਪ੍ਰਬੰਧਕਾਂ ਨੂੰ ਗੁਰਮਤਿ ਦੀ ਸੂਝ ਨਹੀਂ, ਉੱਥੋਂ ਅਸੀਂ ਮਰਿਆਦਾ ਦੀ ਬਹਾਲੀ ਕੀ ਭਾਲਦੇ, ਉੱਥੇ ਕੁਰਸੀਆਂ ਲੱਗਣਗੀਆਂ। ਇਹ ਸਾਡੀ ਜੋ ਸਰਮਾਉ ਜ਼ਿੰਮੇਵਾਰ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਬਕਾਇਦਾ ਤੌਰ 'ਤੇ ਸਿਲੈਕਸ਼ਨ ਬੋਰਡ ਦੇ ਆਲੇ ਪਾਸੇ ਨੂੰ ਆਉਣ। ਇਹਦਾ ਸਾਡੇ ਬਦ ਕਿਸਮ ਦੀ ਮੈਂ ਕਹਿ ਲਵਾਂ ਵੀ ਸਾਡੇ ਧਰਮ ਦੇ ਵਿੱਚ ਤਾਂ ਸਿਲੈਕਸ਼ਨ ਸੀ, ਸਾਡੇ ਧਰਮ ਦੇ ਵਿੱਚ ਆ ਗਈ ਇਲੈਕਸ਼ਨ, ਉਹ ਇਲੈਕਸ਼ਨ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਹੁਣ ਵੋਟਾਂ ਪੈਂਦੀਆਂ ਨੇ, ਤੇ ਇਲੈਕਸ਼ਨ ਕਰਕੇ ਫਿਰ ਅਸੀਂ ਦੇਖਦੇ ਹਾਂ ਵੀ ਉਹ ਵੀ ਅੱਜ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਹੋਇਆ ਜਿਹਦੇ ਕੋਲ 100 ਸ਼ਰਾਬ ਦਾ ਠੇਕਾ। ਉਹ ਲੋਕ ਵੀ ਸਾਡੇ ਜਿਹੜੇ ਬੰਦਿਆਂ ਨੇ ਨਸ਼ਿਆਂ ਤੋਂ ਰਹਿਤ ਵਰਜਿਤ ਕਰਨਾ ਪਬਲਿਕ ਨੂੰ, ਉਹ ਬੰਦੇ ਖੁਦ ਨਸ਼ਿਆਂ ਦੇ ਸੁਦਾਗਰ ਨੇ, ਤੇ ਉਹ ਸਾਡੀ ਸੁਰਾਓ ਮੌਰ ਸੰਸਥਾ ਦੇ ਹੋਣ ਮੈਂਬਰ, ਤੇ ਫਿਰ ਅਸੀਂ ਆਸ ਕੀ ਕਰਦੇ ਹਾਂ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਬੜੀ ਸਰਮੌਲ ਸੰਸਥਾ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੋਈ ਆ। ਉਹਨਾਂ ਨੂੰ ਇਹ ਬਣਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਉਹਨਾਂ ਨੂੰ ਤੁਹਾਡੇ ਮੁਤਾਬਕ ਮੈਂ ਕਹਾਂ, ਮੈਂ ਤੁਹਾਡੀ ਗੱਲ ਦੇ ਨਾਲ 100% ਐਗਰੀ ਹਾਂ ਵੀ ਉਹਨਾਂ ਨੂੰ ਬਕਾਇਦਾ ਉੱਥੋਂ ਟੀਮਾਂ ਦੇ ਪੈਨਲ ਬਣਾ ਕੇ ਹਰ ਨਗਰ ਹਰ ਸ਼ਹਿਰ ਭੇਜਣੇ ਚਾਹੀਦੇ ਨੇ, ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਇਹ ਵਾਤਾਵਰਨ ਨਾ ਬਣੇ। ਬੜੇ ਪਿਆਰ ਤੇ ਭਾਵਨਾ ਤੇ ਸਲੀਕੇ ਨਾਲ ਬੈਠ ਕੇ ਇਹ ਗੱਲਾਂ ਨੂੰ ਨਜਿੱਠਿਆ ਜਾਵੇ। ਬਿਲਕੁਲ। ਇਹ ਸਨ ਸਾਡੇ ਨਾਲ ਜਤਿੰਦਰ ਸਿੰਘ ਈਸੜੂ, ਜੋ ਵੱਡੇ ਲੈਵਲ ਦੇ ਉੱਪਰ ਧਰਮ ਪ੍ਰਚਾਰ ਵੀ ਕਰਦੇ ਨੇ ਔਰ ਬਾਪੂ ਸੂਰ ਸਿੰਘ ਜੀ ਨਾਲ ਵੀ ਜੁੜੇ ਹੋਏ ਨੇ ਔਰ ਵੱਖ-ਵੱਖ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਦਿੰਦੇ ਰਹਿੰਦੇ ਨੇ। ਸੋ ਅਸਲ ਦੇ ਵਿੱਚ ਜਿਹੜਾ ਅੱਜ ਅਸੀਂ ਇਹ ਸਵਾਲ ਲੈਣ ਦੀ ਗੱਲ ਕਰ ਰਹੇ ਸੀਗੇ ਵੀ ਸਵਾਲ ਕੀ ਹੈ, ਇਹਦਾ ਹੱਲ ਕੀ ਨਿਕਲਣਾ ਚਾਹੀਦਾ। ਇਹਦਾ ਹੱਲ ਇਹ ਵੱਖਰਾ ਨਹੀਂ ਹੈਗਾ, ਇੱਕ ਬਹੁਤ ਵਧੀਆ ਸੋਚ ਹੈ ਵੀ ਅਕਾਲ ਤਖਤ ਸਾਹਿਬ ਨੂੰ ਇੱਕ ਪੈਨਲ ਬਣਾ ਕੇ ਹਰੇਕ ਗੁਰਦੁਆਰੇ ਦੇ ਵਿੱਚ 5-5 ਮੈਂਬਰੀ ਟੀਮ ਬਣਾ ਕੇ ਭੇਜਣੀ ਚਾਹੀਦੀ ਹੈ। ਜਿੱਥੇ ਵੀ ਕਿਤੇ ਇਹ ਕੁਰਸੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਪਹਿਲਾਂ ਬਿਠਾ ਕੇ ਕਮੇਟੀ ਨੂੰ ਸਮਝਾ ਕੇ ਉਹ ਕੁਰਸੀਆਂ ਉੱਥੇ ਬਾਹਰ ਕੱਢਣੀਆਂ ਚਾਹੀਦੀਆਂ ਨੇ, ਔਰ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਵਾਸਤੇ ਇੱਕ ਵੱਖਰਾ ਰੂਮ ਬਣਾ ਕੇ ਉੱਥੇ ਸਾਊਂਡ ਦਾ ਗੁਰਬਾਣੀ ਚੱਲਣੀ ਚਾਹੀਦੀ ਹੈ, ਸਕਰੀਨ ਲੱਗੀ ਹੋਵੇ, ਗੁਰੂ ਸਾਹਿਬ ਦਰਸ਼ਨ ਹੁੰਦੇ ਰਹਿਣ, ਔਰ ਉੱਥੇ ਬੈਠ ਕੇ ਹਰ ਇੱਕ ਬੰਦਾ ਜਿਹੜਾ ਕੋਈ ਗੋਡਿਆਂ ਤੋਂ ਭਾਵੇਂ ਤੰਦਰੁਸਤ ਨਹੀਂ ਹੈਗਾ ਜਾਂ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਅਪਾਹਜ ਹੈ, ਉਹ ਉਹਨਾਂ 'ਤੇ ਬੈਠ ਕੇ ਸੁਣ ਸਕਦਾ। ਪਰ ਇਸ ਵਿਵਾਦ ਨੂੰ ਜੋ ਅੱਜ ਭਰਾ ਮਾਰੂ ਜੰਗ ਸ਼ੁਰੂ ਹੋਈ ਹੈ, ਭਾਈ ਅੰਮ੍ਰਿਤਪਾਲ ਦੇ ਵਿਰੁੱਧ ਬਹੁਤ ਵੱਖ-ਵੱਖ ਤਰ੍ਹਾਂ ਦੇ ਬਿਆਨ ਆਉਂਦੇ ਨੇ ਵੀ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਦੇ ਉੱਪਰ ਆਹ ਹੋਣਾ ਚਾਹੀਦਾ। ਉਹਨਾਂ ਨੂੰ ਦੇਖੋ ਇੱਕ ਬਹੁਤ ਵੱਡਾ ਉਹ ਲੀਗਲੀ ਇੱਕ ਮੈਟਰ ਲੈ ਕੇ ਚੱਲੇ ਨੇ ਵੀ ਨੌਜਵਾਨਾਂ ਨੂੰ, ਜਿਹੜੇ ਨੌਜਵਾਨ ਅੱਜ ਨਸ਼ੇ ਛੱਡ ਕੇ ਉਹ ਖਾਲਸਾ ਵਹੀਰ ਦੇ ਪਾਂਧੀ ਬਣ ਰਹੇ ਨੇ, ਇਹ ਇੱਕ ਪੰਜਾਬ ਵਾਸਤੇ ਨਹੀਂ, ਇੱਕ ਕੌਮ ਵਾਸਤੇ ਇੱਕ ਬਹੁਤ ਵੱਡਾ ਮਾਣ ਵਾਲੀ ਗੱਲ ਹੈ। ਇਸ ਵਿੱਚ ਸਾਨੂੰ ਸਾਰਿਆਂ ਨੂੰ ਰਲ ਕੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ, ਸੰਗਤ ਨੂੰ ਰਲ ਕੇ ਉਸ ਚੀਜ਼ ਦਾ ਸਾਨੂੰ ਸਾਥ ਦੇਣਾ ਚਾਹੀਦਾ, ਨਾ ਕਿ ਉਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ। ਕਿਉਂਕਿ ਧਰਮ ਦੇ ਵਿਰੋਧੀ ਸਿੱਖ ਦੇ ਹੋਰ ਬਹੁਤ ਵਿਰੋਧ ਕਰਦੇ ਨੇ, ਬੜੀਆਂ ਕਰਦੇ ਨੇ, ਪਰ ਸਿੱਖ ਧਰਮ ਦੇ ਵਿੱਚ ਜਿਹੜਾ ਬੰਦਾ ਜਨਮ ਲੈਂਦਾ ਉਹਨੂੰ ਆਪਣੇ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਭ ਤੋਂ ਵੱਡਾ ਸਤਿਕਾਰ ਹੈ। ਸੋ ਇਸ ਕਰਕੇ ਇਹ ਅਸੀਂ ਅੱਜ ਵਿਚਾਰ ਲੈ ਰਹੇ ਹਾਂ, ਵੱਖ-ਵੱਖ ਕਮੇਟੀਆਂ ਦੇ ਵਿਚਾਰ ਲਵਾਂਗੇ, ਉਹ ਵੀ ਤੁਹਾਡੇ ਨਾਲ ਅਸੀਂ ਰੂਬਰੂ ਕਰਾਂਗੇ। ਤੁਸੀਂ ਵੇਖ ਰਹੇ ਹੋ KHN ਟਾਈਮ TV ਔਰ ਮੈਂ ਹਾਂ ਸੁਖਵਿੰਦਰ ਸਿੰਘ ਸਲੌਦੀ, ਮੇਰੇ ਨਾਲ ਗੁਰਵਿੰਦਰ ਸਿੰਘ ਜੀ ਸਲਾਣਾ ਕੈਮਰਾਮੈਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।